एलिजाबेथ ਦੀ ਮੌਤ ਤੋਂ ਬਾਅਦ ਭਾਰਤ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਜੰਗ ਛਿੜੀ ਹੋਈ ਹੈ ਔਰ ਇਹ ਜੰਗ ਛਿੜੀ ਹੋਈ ਹੈ ਟਵਿੱਟਰ ਤੇ ਇਹ ਜੰਗ ਛਿੜੀ ਹੈ ਕਿਸ ਲਈ ਕੋਹਿਨੂਰ ਹੀਰੇ ਦੀ ਵਾਪਸੀ ਦੇ ਲਈ। ਜੀ ਹਾਂ, ਕੋਹਿਨੂਰ ਹੀਰੇ ਦੀ ਵਾਪਸੀ ਦੇ ਲਈ ਟਵਿੱਟਰ ਤੇ ਅਲੱਗ-ਅਲੱਗ ਤਰ੍ਹਾਂ ਦੇ ਟਵੀਟਸ ਕੀਤੇ ਜਾ ਰਹੇ ਨੇ। ਕੋਈ ਕੁਝ ਤਰਕ ਦੇ ਰਿਹਾ ਕਿ ਆਖਿਰ ਕਿਉਂ ਭਾਰਤ ਨੂੰ ਕੋਹਿਨੂਰ ਵਾਪਸ ਕੀਤਾ ਜਾਵੇ ਅਤੇ ਕੋਈ ਇਸ ਨੂੰ ਜ਼ਰਾ ਹਾਸੇ ਮਖੌਲ ਦੇ ਵਿੱਚ ਟਵੀਟ ਕਰਕੇ ਜ਼ਾਹਰ ਕਰ ਰਿਹਾ ਹੈ। ਦੱਸੀਏ ਕਿ ਕੇਂਦਰ ਸਰਕਾਰ ਨੇ ਇਸ ਬਾਰੇ ਕੀ ਆਖਿਆ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਇਹ ਜਿਹੜਾ ਹੀਰਾ ਨਾ ਤਾਂ ਖੋਇਆ ਗਿਆ ਸੀ ਤੇ ਨਾ ਹੀ ਲਜਾਇਆ ਗਿਆ ਸੀ। ਇਹ ਇੱਕ ਸੰਧੀ ਦੇ ਤਹਿਤ ਸਿੱਖ ਰਿਵਾਇਤ ਦੇ ਅਨੁਸਾਰ ਹੀਰਾ ਦਿੱਤਾ ਗਿਆ ਸੀ। ਹੋਰ ਕੀ ਕੁਝ ਆਖਿਆ ਤੇ ਹੋਰ ਕੀ ਕੁਝ ਟਵੀਟਸ ਕੀਤੇ ਜਾ ਰਹੇ ਨੇ, ਆਓ ਤੁਹਾਨੂੰ ਦਿਖਾਉਂਦੇ ਇਸ ਸਪੈਸ਼ਲ ਰਿਪੋਰਟ ਵਿੱਚ। ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਜਿਸ ਤਰੀਕੇ ਨਾਲ ਵਾਪਸੀ ਦੀ ਮੰਗ ਤੇਜ਼ੀ ਹੋ ਰਹੀ ਹੈ ਤਾਂ ਟਵਿੱਟਰ ਤੇ तमाम ਯੂਜ਼ਰ ਤਰ੍ਹਾਂ ਨਾਲ ਕੋਹਿਨੂਰ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕਰ ਰਹੇ ਨੇ। ਐਲਿਜ਼ਾਬੈਥ ਦੇ ਬੇਟੇ ਪ੍ਰਿੰਸ ਚਾਰਲਸ ਦੀ ਤਾਜਪੋਸ਼ੀ ਦੇ ਨਾਲ ਹੀ 105 ਕੈਰੇਟ ਦਾ ਬੇਸ਼ਕੀਮਤੀ ਕੋਹਿਨੂਰ ਹੀਰਾ ਤਾਜ ਦੇ ਨਾਲ ਹੀ ਉਹਨਾਂ ਦੀ ਪਤਨੀ ਕੈਮਿਲਾ ਦੇ ਸਿਰ ਤੇ ਸਜੇਗਾ। ਟਵਿੱਟਰ ਤੇ ਕੋਈ ਬੇਹੱਦ ਗੰਭੀਰਤਾ ਨਾਲ ਹੀਰੇ ਦੀ ਵਾਪਸੀ ਲਈ ਤਰਕ ਦੇ ਰਿਹਾ ਤੇ ਕਈ ਹਲਕੇ ਫੁਲਕੇ ਅੰਦਾਜ਼ ਵਿੱਚ ਚੁਟਕੀ ਲੈ ਰਿਹਾ ਹੈ। ਇੱਕ ਟਵਿੱਟਰ ਯੂਜ਼ਰ ਨੇ ਧੂਮ 2 ਫਿਲਮ ਦੀ ਕਲਿੱਪ ਪੋਸਟ ਕਰਕੇ ਲਿਖਿਆ ਕਿ ਰਿਤਿਕ ਰੋਸ਼ਨ ਕੋਹਿਨੂਰ ਭਾਰਤ ਵਾਪਸ ਲਿਆਉਣ ਦੇ ਲਈ ਨਿਕਲ ਚੁੱਕੇ ਨੇ। ਉੱਥੇ ਹੀ ਇੱਕ ਯੂਜ਼ਰ ਨੇ ਲਿਖਿਆ ਕਿ ਕੀ ਹੁਣ ਸਾਡਾ ਕੋਹਿਨੂਰ ਵਾਪਸ ਲਿਆ ਸਕਦੇ ਹੋ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਦੁੱਖ ਦੀ ਗੱਲ ਹੈ ਕਿ ਰਾਣੀ ਨਹੀਂ ਰਹੀ, ਪਰ ਕੀ ਹੁਣ ਕੋਹਿਨੂਰ ਵਾਪਸ ਮਿਲਣ ਦੀ ਉਮੀਦ ਅਸੀਂ ਕਰ ਸਕਦੇ ਹਾਂ। ਵੈਸੇ ਵੀ ਕੋਹਿਨੂਰ ਖੋਇਆ ਗਿਆ ਸੀ, ਕਿਸੇ ਨੇ ਆਪਣੀ ਮਰਜ਼ੀ ਨਾਲ ਨਹੀਂ ਦਿੱਤਾ ਸੀ। ਜੇ ਗੱਲ ਕਰੀਏ ਕੇਂਦਰ ਸਰਕਾਰ ਦੀ ਤਾਂ ਕੇਂਦਰ ਸਰਕਾਰ ਮੁਤਾਬਿਕ ਇਹ ਹੀਰਾ ਖੋਇਆ ਨਹੀਂ ਗਿਆ ਅਤੇ ਕੋਹਿਨੂਰ ਦੇ ਮਸਲੇ ਤੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇਹ ਪਹਿਲਾਂ ਵੀ ਕਹਿ ਚੁੱਕੀ ਹੈ ਕਿ ਕਰੀਬ 20 ਕਰੋੜ ਡਾਲਰ ਦੀ ਕੀਮਤ ਵਾਲਾ ਹੀਰਾ ਨਾ ਤਾਂ ਜਬਰਨ ਖੋਇਆ ਗਿਆ ਨਾ ਚੁਰਾਇਆ ਗਿਆ, ਬਲਕਿ ਸਿੱਖ ਰਿਆਸਤ ਦੇ ਵੱਲੋਂ ਇੱਕ ਸੰਧੀ ਦੇ ਤਹਿਤ ਈਸਟ ਇੰਡੀਆ ਕੰਪਨੀ ਨੂੰ ਇਹ ਹੀਰਾ ਦਿੱਤਾ ਗਿਆ ਸੀ। ਮਸ਼ਹੂਰ ਲੇਖਕ ਸ਼ਸ਼ੀ ਥਰੂਰ ਨੇ ਆਪਣੀ ਇੱਕ ਕਿਤਾਬ ਐਨ ਐਰਾ ਆਫ ਡਾਰਕਨੈਸ ਦੇ ਵਿੱਚ ਕੋਹਿਨੂਰ ਦੀ ਸਾਰੀ ਕਹਾਣੀ ਦਾ ਜ਼ਿਕਰ ਕੀਤਾ ਹੈ। ਆਖਿਰ ਕੀ ਹੈ ਉਹ ਕਹਾਣੀ, ਆਓ ਦੱਸਦੇ ਹਾਂ ਤੁਹਾਨੂੰ ਡਿਟੇਲ ਵਿੱਚ। ਐਨ ਐਰਾ ਆਫ ਡਾਰਕਨੈਸ ਦੇ ਵਿੱਚ ਸ਼ਸ਼ੀ ਥਰੂਰ ਲਿਖਦੇ ਨੇ ਕਿ ਇੱਕ ਸਮਾਂ ਕਰੀਬ 158.6 ਗ੍ਰਾਮ ਯਾਨੀ ਕਿ 793 ਕੈਰੇਟ ਦਾ ਇਹ ਹੀਰਾ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਸੀ। ਇਹ ਗਟੂਰ ਦੀ ਇੱਕ ਖਾਨ ਤੋਂ ਨਿਕਲਿਆ ਸੀ। 13ਵੀਂ ਸਦੀ ਦੇ ਵਿੱਚ ਇਹ ਕਾਕਤੀਆ ਪਰਿਵਾਰ ਦੀ ਵਿਰਾਸਤ ਹੋਇਆ ਕਰਦਾ ਸੀ, ਜਿਸ ਨੂੰ ਬਾਅਦ ਵਿੱਚ ਅਲਾਉਦੀਨ ਖਿਲਜੀ ਨੇ ਲੁੱਟਿਆ ਅਤੇ ਇਸ ਤਰ੍ਹਾਂ ਇਹ ਮੁਗਲ ਸਾਮਰਾਜ ਦਾ ਹਿੱਸਾ ਬਣਿਆ। ਫਾਰਸੀ ਲੁਟੇਰੇ ਨਾਦਰ ਸ਼ਾਹ ਦੇ ਨਾਲ ਇਹ ਅਫਗਾਨਿਸਤਾਨ ਪਹੁੰਚਿਆ। ਨਾਦਰ ਸ਼ਾਹ ਨੇ ਹੀ ਇਸ ਨੂੰ ਕੋਹਿਨੂਰ ਯਾਨੀ ਕਿ ਰੋਸ਼ਨੀ ਦਾ ਪਹਾੜ ਨਾਮ ਦਿੱਤਾ। ਆਖਿਰ ਵਿੱਚ ਲਾਹੌਰ ਦੀ ਸਿੱਖ ਰਿਆਸਤ ਦੇ ਬ੍ਰਿਟਿਸ਼ ਸੈਨਾ ਤੋਂ ਹਾਰਨ ਤੇ ਇਹ ਹੀਰਾ ਇੰਗਲੈਂਡ ਚਲਾ ਗਿਆ। ਸੋ ਕੋਹਿਨੂਰ ਹੀਰੇ ਦੀ ਵਾਪਸੀ ਨੂੰ ਲੈ ਕੇ ਜਿਸ ਤਰੀਕੇ ਨਾਲ ਟਵਿੱਟਰ ਤੇ ਜੰਗ ਛਿੜੀ ਹੋਈ ਹੈ, ਇਸ ਬਾਰੇ ਤੁਹਾਡੀ ਕੀ ਰਾਏ ਹੈ ਸਾਡੇ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ। ਹੋਰ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ। ਉਹ ਵੇਖਦੇ ਰਹੋ ਲੁਧਿਆਣਾ ਲਾਈਵ ਨਿਊਜ਼। ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਭਾਰਤ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਜੰਗ ਛਿੜੀ ਹੋਈ ਹੈ ਔਰ ਇਹ ਜੰਗ ਛਿੜੀ ਹੋਈ ਹੈ ਟਵਿੱਟਰ ਤੇ ਇਹ ਜੰਗ ਛਿੜੀ ਹੈ ਕਿਸ ਲਈ ਕੋਹਿਨੂਰ ਹੀਰੇ ਦੀ ਵਾਪਸੀ ਦੇ ਲਈ। ਜੀ ਹਾਂ, ਕੋਹਿਨੂਰ ਹੀਰੇ ਦੀ ਵਾਪਸੀ ਦੇ ਲਈ ਟਵਿੱਟਰ ਤੇ ਅਲੱਗ-ਅਲੱਗ ਤਰ੍ਹਾਂ ਦੇ ਟਵੀਟਸ ਕੀਤੇ ਜਾ ਰਹੇ ਨੇ। ਕੋਈ ਕੁਝ ਤਰਕ ਦੇ ਰਿਹਾ ਕਿ ਆਖਿਰ ਕਿਉਂ ਭਾਰਤ ਨੂੰ ਕੋਹਿਨੂਰ ਵਾਪਸ ਕੀਤਾ ਜਾਵੇ ਅਤੇ ਕੋਈ ਇਸ ਨੂੰ ਜ਼ਰਾ ਹਾਸੇ ਮਖੌਲ ਦੇ ਵਿੱਚ ਟਵੀਟ ਕਰਕੇ ਜ਼ਾਹਰ ਕਰ ਰਿਹਾ ਹੈ। ਦੱਸੀਏ ਕਿ ਕੇਂਦਰ ਸਰਕਾਰ ਨੇ ਇਸ ਬਾਰੇ ਕੀ ਆਖਿਆ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਇਹ ਜਿਹੜਾ ਹੀਰਾ ਨਾ ਤਾਂ ਖੋਇਆ ਗਿਆ ਸੀ ਤੇ ਨਾ ਹੀ ਲਜਾਇਆ ਗਿਆ ਸੀ। ਇਹ ਇੱਕ ਸੰਧੀ ਦੇ ਤਹਿਤ ਸਿੱਖ ਰਿਵਾਇਤ ਦੇ ਅਨੁਸਾਰ ਹੀਰਾ ਦਿੱਤਾ ਗਿਆ ਸੀ। ਹੋਰ ਕੀ ਕੁਝ ਆਖਿਆ ਤੇ ਹੋਰ ਕੀ ਕੁਝ ਟਵੀਟਸ ਕੀਤੇ ਜਾ ਰਹੇ ਨੇ, ਆਓ ਤੁਹਾਨੂੰ ਦਿਖਾਉਂਦੇ ਇਸ ਸਪੈਸ਼ਲ ਰਿਪੋਰਟ ਵਿੱਚ। ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਜਿਸ ਤਰੀਕੇ ਨਾਲ ਵਾਪਸੀ ਦੀ ਮੰਗ ਤੇਜ਼ੀ ਹੋ ਰਹੀ ਹੈ ਤਾਂ ਟਵਿੱਟਰ ਤੇ तमाम ਯੂਜ਼ਰ ਤਰ੍ਹਾਂ ਨਾਲ ਕੋਹਿਨੂਰ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕਰ ਰਹੇ ਨੇ। ਐਲਿਜ਼ਾਬੈਥ ਦੇ ਬੇਟੇ ਪ੍ਰਿੰਸ ਚਾਰਲਸ ਦੀ ਤਾਜਪੋਸ਼ੀ ਦੇ ਨਾਲ ਹੀ 105 ਕੈਰੇਟ ਦਾ ਬੇਸ਼ਕੀਮਤੀ ਕੋਹਿਨੂਰ ਹੀਰਾ ਤਾਜ ਦੇ ਨਾਲ ਹੀ ਉਹਨਾਂ ਦੀ ਪਤਨੀ ਕੈਮਿਲਾ ਦੇ ਸਿਰ ਤੇ ਸਜੇਗਾ। ਟਵਿੱਟਰ ਤੇ ਕੋਈ ਬੇਹੱਦ ਗੰਭੀਰਤਾ ਨਾਲ ਹੀਰੇ ਦੀ ਵਾਪਸੀ ਲਈ ਤਰਕ ਦੇ ਰਿਹਾ ਤੇ ਕਈ ਹਲਕੇ ਫੁਲਕੇ ਅੰਦਾਜ਼ ਵਿੱਚ ਚੁਟਕੀ ਲੈ ਰਿਹਾ ਹੈ। ਇੱਕ ਟਵਿੱਟਰ ਯੂਜ਼ਰ ਨੇ ਧੂਮ 2 ਫਿਲਮ ਦੀ ਕਲਿੱਪ ਪੋਸਟ ਕਰਕੇ ਲਿਖਿਆ ਕਿ ਰਿਤਿਕ ਰੋਸ਼ਨ ਕੋਹਿਨੂਰ ਭਾਰਤ ਵਾਪਸ ਲਿਆਉਣ ਦੇ ਲਈ ਨਿਕਲ ਚੁੱਕੇ ਨੇ। ਉੱਥੇ ਹੀ ਇੱਕ ਯੂਜ਼ਰ ਨੇ ਲਿਖਿਆ ਕਿ ਕੀ ਹੁਣ ਸਾਡਾ ਕੋਹਿਨੂਰ ਵਾਪਸ ਲਿਆ ਸਕਦੇ ਹੋ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਦੁੱਖ ਦੀ ਗੱਲ ਹੈ ਕਿ ਰਾਣੀ ਨਹੀਂ ਰਹੀ, ਪਰ ਕੀ ਹੁਣ ਕੋਹਿਨੂਰ ਵਾਪਸ ਮਿਲਣ ਦੀ ਉਮੀਦ ਅਸੀਂ ਕਰ ਸਕਦੇ ਹਾਂ। ਵੈਸੇ ਵੀ ਕੋਹਿਨੂਰ ਖੋਇਆ ਗਿਆ ਸੀ, ਕਿਸੇ ਨੇ ਆਪਣੀ ਮਰਜ਼ੀ ਨਾਲ ਨਹੀਂ ਦਿੱਤਾ ਸੀ।
ਜੇ ਗੱਲ ਕਰੀਏ ਕੇਂਦਰ ਸਰਕਾਰ ਦੀ ਤਾਂ ਕੇਂਦਰ ਸਰਕਾਰ ਮੁਤਾਬਿਕ ਇਹ ਹੀਰਾ ਖੋਇਆ ਨਹੀਂ ਗਿਆ ਅਤੇ ਕੋਹੀਨੂਰ ਦੇ ਮਸਲੇ ਤੇ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇਹ ਪਹਿਲਾਂ ਵੀ ਕਹਿ ਚੁੱਕੀ ਹੈ ਕਿ ਕਰੀਬ 20 ਕਰੋੜ ਡਾਲਰ ਦੀ ਕੀਮਤ ਵਾਲਾ ਹੀਰਾ ਨਾ ਤਾਂ ਜਬਰਨ ਖੋਇਆ ਗਿਆ ਨਾ ਚੁਰਾਇਆ ਗਿਆ ਬਲਕਿ ਸਿੱਖ ਰਿਆਸਤ ਦੇ ਵੱਲੋਂ ਇੱਕ ਸੰਧੀ ਦੇ ਤਹਿਤ ਈਸਟ ਇੰਡੀਆ ਕੰਪਨੀ ਨੂੰ ਇਹ ਹੀਰਾ ਦਿੱਤਾ ਗਿਆ ਸੀ। ਮਸ਼ਹੂਰ ਲੇਖਕ ਸ਼ਸ਼ੀ ਥਰੂਰ ਨੇ ਆਪਣੀ ਇੱਕ ਕਿਤਾਬ ਐਨ ਐਰਾ ਆਫ ਡਾਰਕਨੈਸ ਦੇ ਵਿੱਚ ਕੋਹੀਨੂਰ ਦੀ ਸਾਰੀ ਕਹਾਣੀ ਦਾ ਜ਼ਿਕਰ ਕੀਤਾ ਹੈ। ਆਖਿਰ ਕੀ ਹੈ ਉਹ ਕਹਾਣੀ ਆ ਉਹ ਦੱਸਦੇ ਹਾਂ ਤੁਹਾਨੂੰ ਡਿਟੇਲ ਵਿੱਚ। ਐਨ ਐਰਾ ਆਫ ਡਾਰਕਨੈਸ ਦੇ ਵਿੱਚ ਸ਼ਸ਼ੀ ਥਰੂਰ ਲਿਖਦੇ ਨੇ ਕਿ ਇੱਕ ਸਮਾਂ ਕਰੀਬ 158.6 ਗ੍ਰਾਮ ਯਾਨੀ ਕਿ 793 ਕੈਰੇਟ ਦਾ ਇਹ ਹੀਰਾ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਸੀ। ਇਹ ਗੁਟੂਰ ਦੀ ਇੱਕ ਖਾਨ ਤੋਂ ਨਿਕਲਿਆ ਸੀ। 13ਵੀਂ ਸਦੀ ਦੇ ਵਿੱਚ ਇਹ ਕਾਕਤੀਆ ਪਰਿਵਾਰ ਦੀ ਵਿਰਾਸਤ ਹੋਇਆ ਕਰਦਾ ਸੀ, ਜਿਸ ਨੂੰ ਬਾਅਦ ਵਿੱਚ ਅਲਾਉਦੀਨ ਖਿਲਜੀ ਨੇ ਲੁੱਟਿਆ ਅਤੇ ਇਸ ਤਰ੍ਹਾਂ ਇਹ ਮੁਗਲ ਸਾਮਰਾਜ ਦਾ ਹਿੱਸਾ ਬਣਿਆ। ਫਾਰਸੀ ਲੁਟੇਰੇ ਨਾਦਰ ਸ਼ਾਹ ਦੇ ਨਾਲ ਇਹ ਅਫਗਾਨਿਸਤਾਨ ਪਹੁੰਚਿਆ। ਨਾਦਰ ਸ਼ਾਹ ਨੇ ਹੀ ਇਸ ਨੂੰ ਕੋਹੀਨੂਰ ਯਾਨੀ ਕਿ ਰੋਸ਼ਨੀ ਦਾ ਪਹਾੜ ਨਾਮ ਦਿੱਤਾ। ਆਖਿਰ ਵਿੱਚ ਲਾਹੌਰ ਦੀ ਸਿੱਖ ਰਿਆਸਤ ਦੇ ਬ੍ਰਿਟਿਸ਼ ਸੈਨਾ ਤੋਂ ਹਾਰਨ ਤੇ ਇਹ ਹੀਰਾ ਇੰਗਲੈਂਡ ਚਲਾ ਗਿਆ। ਸੋ ਕੋਹੀਨੂਰ ਹੀਰੇ ਦੀ ਵਾਪਸੀ ਨੂੰ ਲੈ ਕੇ ਜਿਸ ਤਰੀਕੇ ਨਾਲ ਟਵਿੱਟਰ ਤੇ ਜੰਗ ਛਿੜੀ ਹੋਈ ਹੈ, ਇਸ ਬਾਰੇ ਤੁਹਾਡੀ ਕੀ ਰਾਏ ਸਾਡੇ ਕਮੈਂਟ ਬਾਕਸ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ। ਹੋਰ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ। ਉਹ ਵੇਖਦੇ ਰਹੋ ਲੁਧਿਆਣਾ ਲਾਈਵ ਨਿਊਜ਼।